ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਸਮਾਂ ਬਹੁਤ ਘੱਟ ਰਹਿ ਗਿਆ। ਮਈ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ। ਉਹਨੂੰ ਲੈ ਕੇ ਜਿਵੇਂ ਇੰਡੀਆ ਪੱਧਰ ਤੇ ਗੱਠਜੋੜ ਚੱਲ ਰਿਹਾ, ਇੱਕ ਪਾਸੇ ਐਨਡੀਏ, ਇੱਕ ਪਾਸੇ ਇੰਡੀਆ ਗੱਠਜੋੜ ਆ, ਤੇ ਦੂਜੇ ਪਾਸੇ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਿਸੇ ਵੀ ਗੱਠਜੋੜ ਦਾ ਹਿੱਸਾ ਨਹੀਂ। ਹਾਲਾਂਕਿ ਚਰਚਾ ਇਹ ਕਿ ਬਹੁਜਨ ਸਮਾਜ ਪਾਰਟੀ ਦੇ ਨਾਲ ਹੀ ਉਹ ਲੋਕ ਸਭਾ ਚੋਣਾਂ ਸਾਂਝੇ ਤੌਰ ਤੇ ਲੜਨਗੇ। ਹੋ ਸਕਦਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਦਾ CPI ਜਾਂ CPM ਦੇ ਨਾਲ ਗੱਠਜੋੜ ਹੋ ਜਾਏ। ਵੈਸੇ CPI ਦਾ ਤੇ CPM ਦਾ ਨੈਸ਼ਨਲ ਪੱਧਰ ਤੇ ਇੰਡੀਆ ਗੱਠਜੋੜ ਦਾ ਉਹ ਹਿੱਸਾ ਨੇ, ਪਰ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਵਿੱਢ ਦਿੱਤੀ ਹੈਗੀ ਆ। ਗੱਠਜੋੜ ਹੋਵੇ ਜਾਂ ਨਾ ਹੋਵੇ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਿਹੜੇ ਸੰਭਾਵਿਤ ਜਿਹੜੇ 8 ਚਿਹਰੇ ਨੇ ਉਹ ਮੈਦਾਨ ਵਿੱਚ ਤਾਰ ਦਿੱਤੇ ਨੇ। ਉਹਨਾਂ ਨੂੰ ਡਿਊਟੀਆਂ ਦੇ ਦਿੱਤੀਆਂ ਨੇ, ਜ਼ਿੰਮੇਵਾਰੀ ਤੈਅ ਕਰ ਦਿੱਤੀ ਆ। ਉਹ ਅਕਾਲੀ ਦਲ ਦੇ ਲੀਡਰਾਂ ਨੂੰ ਹਲਕੇ ਦਿੱਤੇ ਗਏ ਨੇ ਜਿੱਥੇ ਸੰਭਾਵਿਤ ਤੌਰ ਤੇ ਉਹ ਬਾਅਦ 'ਚ ਪਾਰਟੀ ਦੇ ਉਮੀਦਵਾਰ ਵੀ ਹੋ ਸਕਦੇ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਤੋਂ ਹੀ ਤਿਆਰੀ ਵਿੱਢ ਦਿੱਤੀ ਹੈ, ਕਿਉਂਕਿ ਸਮਾਂ ਬਹੁਤ ਘੱਟ ਹੈਗਾ। ਅਕਾਲੀ ਦਲ ਨੇ ਤਿਆਰੀ ਆਰੰਭ ਦਿੱਤੀ ਹੈਗੀ ਹੈ ਕਿ ਕਿਉਂਕਿ ਮੌਕੇ 'ਤੇ ਕਈ ਪਵਾੜੇ ਪੈਂਦੇ ਨੇ, ਤੇ ਵੈਸੇ ਵੀ ਅਕਾਲੀ ਦਲ ਦਾ ਜਿਹੜਾ ਫੈਸਲਾ ਵਾ ਉਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਲੈਣਾ। ਉਸ ਫੈਸਲੇ 'ਤੇ ਕਿੰਤੂ ਪਰੰਤੂ ਘੱਟ ਹੀ ਹੋਣ ਦੀ ਸੰਭਾਵਨਾ। ਤੇ ਜਿਹੜੇ ਇਸ ਟਾਈਮ ਉਮੀਦਵਾਰਾਂ ਨੂੰ ਲੋਕ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਆ, ਜਿਹਨੂੰ ਨਾਮ ਦਿੱਤਾ ਗਿਆ ਕਿ ਉਹ ਉੱਥੇ ਤੌਰ 'ਤੇ ਕਨਵੀਨਰ ਦੇ ਤੌਰ 'ਤੇ ਜਾਂ ਹੋਰ ਨਾਮ ਦਿੱਤੇ ਗਏ ਨੇ, ਲੇਕਿਨ ਅਸਲ ਮਾਇਨਿਆਂ ਦੇ ਵਿੱਚ ਇਹ ਜਿਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਕਿ ਹਲਕਿਆਂ ਦੀ ਜ਼ਿੰਮੇਵਾਰੀ ਸੰਭਾਲੀ ਗਈ ਦਿੱਤੀ ਗਈ ਆ ਕਿ ਜਾ ਕੇ ਹਲਕੇ ਦੇਖੋ, ਉੱਥੇ ਤਲਾਸ਼ੋ ਕੌਣ ਉਮੀਦਵਾਰ ਹੋ ਸਕਦਾ। ਲੇਕਿਨ ਜ਼ਿਆਦਾਤਰ ਚਰਚਾ ਇਹ ਹੈ ਕਿ ਜਿਨ੍ਹਾਂ ਨੂੰ ਇਹ ਨੌਵਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਇਹੋ ਹੀ ਪਾਰਟੀ ਦੇ ਉਮੀਦਵਾਰ ਹੋਣਗੇ। ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਤੋਂ ਜਿਹੜਾ ਉਮੀਦਵਾਰ ਆ, ਜਿੱਥੇ ਚਰਚਾ ਇਹ ਆ ਕਿ ਅਨਿਲ ਜੋਸ਼ੀ ਹੋ ਸਕਦੇ ਨੇ ਉਮੀਦਵਾਰ। ਅਨਿਲ ਜੋਸ਼ੀ ਦਾ ਨਾਮ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਤੈਅ ਹਲੇ ਨਹੀਂ ਕੀਤਾ, ਲੇਕਿਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਆ, ਉਸ ਜ਼ਿੰਮੇਵਾਰੀ ਦੇ ਤਹਿਤ ਅੰਮ੍ਰਿਤਸਰ ਦੀ ਫਿਲਹਾਲ ਜਿਹੜੀ ਕਮਾਨ ਆ ਉਹ ਅਨਿਲ ਜੋਸ਼ੀ ਨੂੰ ਦਿੱਤੀ ਗਈ ਆ। ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਜਿਹੜੇ 8 ਹਲਕਿਆਂ ਦੇ ਵਿੱਚ ਜਿਨ੍ਹਾਂ ਨੇਤਾਵਾਂ ਨੂੰ ਜ਼ਿੰਮੇਵਾਰੀ ਦਿੱਤੀ, ਉਹਨਾਂ ਨੂੰ ਤੇ ਫਿਲਹਾਲ ਇਹ ਕਹਿ ਕੇ ਕਿਹਾ ਕਿ ਉਹ ਹਲਕੇ ਦੇ ਵਿੱਚ ਬਤੌਰ ਤਾਲਮੇਲ ਇੰਚਾਰਜ ਦੇ ਤੌਰ ਤੇ ਕੰਮ ਕਰਨਗੇ, ਬਤੌਰ ਪ੍ਰਚਾਰ ਮੁਹਿੰਮ ਦੇ ਵਾਸਤੇ ਕੰਮ ਕਰਨਗੇ। ਲੇਕਿਨ ਜਿਹੜੇ ਅਕਾਲੀ ਦਲ ਦੇ ਜਾਣਕਾਰ ਨੇ ਉਹ ਹੀ ਦੱਸਦੇ ਕਿ ਇਹੋ ਹੀ ਹੋ ਸਕਦੇ ਉਮੀਦਵਾਰ, ਜਿਵੇਂ ਅੰਮ੍ਰਿਤਸਰ ਤੇ ਜਿਹੜੀ ਤਾਲਮੇਲ ਇੰਚਾਰਜ ਤੇ ਪ੍ਰਚਾਰ ਮੁਹਿੰਮ ਵਾਸਤੇ ਜਿਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਹ ਆ ਅਨਿਲ ਜੋਸ਼ੀ। ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਹਦੇ 'ਚ ਜਿਹੜੇ 4 ਜਿਹੜੀਆਂ ਹਲਕੇ ਨੇ ਉਹ ਸ਼ਹਿਰ ਦੇ ਨੇ ਤੇ ਬਾਕੀ ਪੇਂਡੂ ਹਲਕੇ ਨੇ, ਤੇ ਇਸ ਕਰਕੇ ਹੋ ਸਕਦਾ ਕਿ ਇੱਥੇ ਵੀ ਅਨਿਲ ਜੋਸ਼ੀ ਹੋਣੀ ਹੀ ਉਮੀਦਵਾਰ ਹੋਣਗੇ। ਵੈਸੇ ਪਹਿਲਾਂ ਵੇਰਕਾ ਸੀ, ਵੇਰਕਾ ਦਾ ਨਾਮ ਤੋੜ ਕੇ ਅੰਮ੍ਰਿਤਸਰ ਈਸਟ ਕਰ ਦਿੱਤਾ ਗਿਆ ਸੀ, ਤੇ ਕੁੱਲ ਮਿਲਾ ਕੇ ਜਿਹੜਾ ਅੰਮ੍ਰਿਤਸਰ ਈਸਟ ਜਾਂ ਵੇਰਕਾ ਅੱਧਾ ਕੀ ਸ਼ਹਿਰ ਆ ਤੇ ਅੱਧਾ ਕੀ ਪੇਂਡੂ ਹਲਕਾ। ਕੁੱਲ ਮਿਲਾ ਕੇ ਸ਼ਹਿਰ ਦੇ 5 ਆ ਜਾਂਦੇ, ਤੇ ਬਾਕੀ ਜਿਹੜੇ 4 ਹਲਕੇ ਨੇ ਉਹ ਮਜੀਠਾ ਆ ਜਾਂਦਾ ਹੈਗਾ, ਫਿਰ ਰਾਜਾ ਸਾਂਸੀ ਆ ਜਾਂਦਾ ਹੈਗਾ, ਅਜਨਾਲਾ ਆ ਜਾਂਦਾ, ਤੇ ਇਹ ਜਿਹੜੇ ਤੇ ਬਾਕੀ ਅਟਾਰੀ ਤੇ ਬਾਕੀ ਜਿਹੜੇ ਸ਼ਹਿਰ ਦੇ ਜਿਹੜੇ ਹਲਕੇ ਦੇ। ਇਸ ਕਰਕੇ ਹੋ ਸਕਦਾ ਸ਼ਹਿਰ ਦੀ ਜਿਹੜੀ ਗਿਣਤੀ ਆ ਵੋਟਰਾਂ ਦੀ ਉਹ ਜ਼ਿਆਦਾ। ਅਨਿਲ ਜੋਸ਼ੀ ਕਿਉਂਕਿ MLA ਰਹਿ ਚੁੱਕੇ ਨੇ, ਮੰਤਰੀ ਰਹਿ ਚੁੱਕੇ ਨੇ, ਇੱਕ ਹਿੰਦੂ ਫੇਸ ਆ, ਤੇ ਇਸ ਕਰਕੇ ਅਨਿਲ ਜੋਸ਼ੀ ਹੀ ਅੰਮ੍ਰਿਤਸਰ ਤੋਂ ਉਮੀਦਵਾਰ ਹੋ ਸਕਦੇ ਨੇ। ਦੂਜਾ ਨਿਰੋਲ ਰੂਪ 'ਚ ਸਿੱਖੀ ਸਿੱਧਕ ਦਾ ਸੇਵਕ ਜਿਹੜਾ ਹਲਕੇ ਦੇ ਤੌਰ ਤੇ ਜਾਣਿਆ ਜਾਂਦਾ ਹੈਗਾ ਉਹ ਖਡੂਰ ਸਾਹਿਬ ਆ। ਖਡੂਰ ਸਾਹਿਬ ਦੇ ਵਿੱਚ ਪਿਛਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਸੀ, ਲੇਕਿਨ ਉਹ ਚੋਣ ਹਾਰ ਗਏ। ਇਸ ਵੱਲ ਕਿਉਂਕਿ ਬਿਕਰਮ ਸਿੰਘ ਮਜੀਠੀਆ ਮਾਝੇ ਦੇ ਵੱਡੇ ਲੀਡਰ ਨੇ ਔਰ ਉਹਨਾਂ ਨੂੰ ਇਸ ਖਡੂਰ ਸਾਹਿਬ ਹਲਕੇ ਦੀ ਬਤੌਰ ਤਾਲਮੇਲ ਇੰਚਾਰਜ ਦੇ ਤੌਰ ਤੇ ਜਾਂ ਪ੍ਰਚਾਰ ਮੁਹਿੰਮ ਵਾਸਤੇ ਜ਼ਿੰਮੇਵਾਰੀ ਦਿੱਤੀ ਹੋਈ ਹੈ। ਲੇਕਿਨ ਬਿਕਰਮ ਸਿੰਘ ਮਜੀਠੀਆ ਵੀ ਉੱਥੋਂ ਕਿਸਮਤ ਅਜਮਾ ਸਕਦੇ ਨੇ। ਖਡੂਰ ਸਾਹਿਬ ਦੇ ਜ਼ਿਆਦਾਤਰ ਜਿਹੜੇ ਵਿਧਾਨ ਸਭਾ ਹਲਕੇ 9 ਪੈਂਦੇ, ਉਹਦੇ 'ਚ ਅੰਮ੍ਰਿਤਸਰ ਦੇ ਤਰਨਤਾਰਨ ਦੇ ਨੇ। 2 ਜਿਹੜੇ ਹਲਕੇ ਨੇ ਉਹ ਜੀਰਾ ਤੇ ਜਿਹੜਾ ਸੁਲਤਾਨਪੁਰ ਲੋਧੀ ਆ ਉਹ ਦੂਜੇ ਹਲਕਿਆਂ ਦੇ ਆ ਜਾਂਦੇ, ਦੂਜੇ ਇੱਕ ਕਪੂਰਥਲੇ ਦਾ ਆ ਜਾਂਦਾ, ਇੱਕ ਫਿਰੋਜ਼ਪੁਰ ਦਾ ਆ ਜਾਂਦਾ। ਬਾਕੀ ਜਿਹੜੇ ਹਲਕੇ ਨੇ ਉਹ ਅੰਮ੍ਰਿਤਸਰ ਤੇ ਤਰਨਤਾਰਨ ਦੇ ਪੈਂਦੇ ਨੇ, ਤੇ ਇੱਕ ਨਿਰੋਲ ਸਿੱਖੀ ਜਾਂ ਪੰਥਕ ਹਲਕਾ ਮੰਨਿਆ ਜਾਂਦਾ, ਤੇ ਬਿਕਰਮ ਸਿੰਘ ਮਜੀਠੀਆ ਇੱਥੋਂ ਚੋਣ ਲੜ ਸਕਦੇ ਹੈਗੇ ਨੇ। ਅਗਰ ਤੀਜੀ ਗੱਲ ਕੀਤੀ ਜਾਵੇ ਜਲੰਧਰ ਤੋਂ, ਜਲੰਧਰ ਰਿਜ਼ਰਵ ਸੀਟ ਆ। ਡਾਕਟਰ ਸੁਖਵਿੰਦਰ ਸੁੱਖੀ ਜੋ ਇਸ ਟਾਈਮ ਬੰਗੇ ਤੋਂ MLA ਨੇ, ਜਿਹੜੀ ਹਾਲ ਹੀ ਜਿਹੜੀ ਲੋਕ ਸਭਾ ਦੀ ਜਿਮਨੀ ਚੋਣ ਹੋਈ ਸੀ ਉਹਦੇ 'ਚ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਉਹਨਾਂ ਨੂੰ ਜਲੰਧਰ ਤੋਂ ਉਤਾਰਿਆ ਗਿਆ ਸੀ ਚੋਣ ਮੈਦਾਨ ਦੇ ਵਿੱਚ। ਹਾਲਾਂਕਿ ਉਹ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਚੋਣ ਜਿੱਤ ਗਏ ਸੀ। ਸੁਸ਼ੀਲ ਰਿੰਕੂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ,
ਤੇ 15 ਦਿਨ ਦੇ ਵਿੱਚ ਹੀ ਉਹ ਜਲੰਧਰ ਤੋਂ ਲੋਕ ਸਭਾ ਮੈਂਬਰ ਬਣ ਜਾਂਦੇ ਨੇ। ਲੇਕਿਨ ਇੱਥੋਂ ਜਿਹੜੀ ਤਾਲਮੇਲ ਇੰਚਾਰਜ ਤੇ ਪ੍ਰਚਾਰ ਮੁਹਿੰਮ ਵਾਸਤੇ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਡਾਕਟਰ ਸੁਖਵਿੰਦਰ ਸੁੱਖੀ ਨੂੰ ਦਿੱਤੀ ਗਈ ਹੈ। ਤੇ ਲਾਜ਼ਮੀ ਤੌਰ ਤੇ ਜੇ ਬਾਈ ਇਲੈਕਸ਼ਨ ਡਾਕਟਰ ਸੁੱਖੀ ਲੜ ਸਕਦੇ ਨੇ ਤੇ ਜਿਹੜੀਆਂ ਆਮ ਚੋਣਾਂ ਹੋਣਗੀਆਂ ਮਈ 2024 ਦੇ ਵਿੱਚ ਤੇ ਡਾਕਟਰ ਸੁੱਖੀ ਹੀ ਉਮੀਦਵਾਰ ਹੋਣਗੇ। ਅਨੰਦਪੁਰ ਸਾਹਿਬ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਇਹਨਾਂ ਨੂੰ ਤਾਲਮੇਲ ਕਮੇਟੀ ਦਾ ਤੇ ਪ੍ਰਚਾਰ ਮੁਹਿੰਮ ਦਾ ਇੰਚਾਰਜ ਬਣਾਇਆ ਗਿਆ। ਲੇਕਿਨ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਇਸ ਹਲਕੇ ਤੋਂ ਪਹਿਲਾਂ ਵੀ ਨੁਮਾਇੰਦਗੀ ਕੀਤੀ, ਉਹਨਾਂ ਨੇ ਇਸ ਹਲਕੇ ਤੋਂ ਚੋਣ ਵੀ ਲੜੀ ਆ, ਨੁਮਾਇੰਦਗੀ ਵੀ ਕੀਤੀ ਆ ਤੇ ਮੰਨਿਆ ਜਾ ਰਿਹਾ ਤੇ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਅਗਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਜਨਮੇਜਾ ਸਿੰਘ ਸੇਖੋਂ ਕਿਸੇ ਵੇਲੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਨੇ। ਫਿਰ ਉਹ ਕਦੀ ਉਹ ਮੌੜ ਤੋਂ ਆ ਕੇ ਲੜੇ, ਹਾਰ ਗਏ, ਫਿਰ ਫਿਰੋਜ਼ਪੁਰ ਤੋਂ ਹਾਰ ਗਏ। ਇਸ ਵਾਰ ਮੰਨਿਆ ਜਾ ਰਿਹਾ ਕਿ ਫਿਰੋਜ਼ਪੁਰ ਤੋਂ ਜਨਮੇਜਾ ਸਿੰਘ ਸੇਖੋਂ ਉਮੀਦਵਾਰ ਹੋ ਸਕਦੇ ਨੇ। ਹਾਲਾਂਕਿ ਬਠਿੰਡੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਠਿੰਡੇ ਤੋਂ ਕੋਈ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਹੋਣੀ ਆ, ਲੋਕ ਸਭਾ ਮੈਂਬਰ 3 ਵਾਰ ਰਹਿ ਚੁੱਕੇ ਨੇ। ਲੋਕ ਸਭਾ ਮੈਂਬਰ ਐਂਟੀ ਇਨਕੰਬੈਂਸੀ ਵੀ ਕਾਫੀ ਆ ਪਰਿਵਾਰ ਦੀ ਵੀ ਤੇ ਉਹਨਾਂ ਦੀ ਆਪਣੀ ਵੀ, ਕਿਉਂਕਿ 3 ਵਾਰ MP ਰਹਿ ਚੁੱਕੇ ਨੇ। ਉਸ ਲੈਵਲ ਦੇ ਮਾਲ ਵਿੱਚ ਕੰਮ ਨਹੀਂ ਹੋਇਆ ਜਿੰਨਾ ਉਸ ਸੀਟ ਤੇ ਹੋਣਾ ਚਾਹੀਦਾ। ਪਰ ਇਹ ਵੀ ਚਰਚਾ ਹੈ ਕਿ ਬਠਿੰਡੇ ਤੋਂ BJP ਵਾਲਾ ਕੌਣ ਹੋ ਸਕਦਾ, ਕਾਂਗਰਸ ਵਾਲਾ ਕੌਣ ਹੋ ਸਕਦਾ, ਉਸ ਹਿਸਾਬ ਦੇ ਨਾਲ ਫਿਰੋਜ਼ਪੁਰ ਵੀ ਹਰਸਿਮਰਤ ਕੌਰ ਹੋਣੀ ਜਾ ਸਕਦੇ। ਲੇਕਿਨ ਫਿਲਹਾਲ ਕਿਉਂਕਿ ਬਾਦਲ ਪਰਿਵਾਰ ਦੇ ਕਾਫੀ ਖਾਸਮ ਖਾਸ ਨੇ, ਜਨਮੇਜਾ ਸਿੰਘ ਸੇਖੋਂ ਹੋਣੀ ਕਦੀ ਫਿਰੋਜ਼ਪੁਰ ਤੋਂ ਲੜਦੇ ਰਹੇ ਨੇ, ਕਦੀ ਮੌੜ ਤੋਂ ਲੜਦੇ ਰਹੇ, ਫਿਰ ਫਿਰੋਜ਼ਪੁਰ ਚਲੇ ਗਏ ਨੇ। ਇਸ ਵਾਰ ਮੰਨਿਆ ਜਾ ਰਿਹਾ ਕਿ ਫਿਰੋਜ਼ਪੁਰ ਤੋਂ ਵੀ ਜਨਮੇਜਾ ਸਿੰਘ ਸੇਖੋਂ ਹੋ ਸਕਦੇ ਨੇ ਜੇ ਹਰਸਿਮਰਤ ਕੌਰ ਬਾਦਲ ਹੋਣੀ ਉੱਥੇ ਫਿਰੋਜ਼ਪੁਰ ਨਾ ਗਏ। ਵੈਸੇ ਤਾਂ ਮਾਝੇ 'ਚ ਇਹ ਵੀ ਚਰਚਾ ਹੈਗੀ ਹੈ ਕਿ ਹਰਸਿਮਰਤ ਕੌਰ ਬਾਦਲ ਹੋਣੀ ਖਡੂਰ ਸਾਹਿਬ ਵੀ ਆ ਸਕਦੇ, ਜਿੱਥੋਂ ਬਿਕਰਮ ਸਿੰਘ ਮਜੀਠੀਆ ਹੋਣੀ ਤਿਆਰੀ ਕਰ ਰਹੇ ਨੇ। ਉਹ ਆਪਣੇ ਵਾਸਤੇ ਵੀ ਕਰ ਸਕਦੇ ਨੇ ਤੇ ਹਰਸਿਮਰਤ ਕੌਰ ਬਾਦਲ ਵਾਸਤੇ ਵੀ ਕਰ ਸਕਦੇ, ਕਿਉਂਕਿ ਮਜੀਠੀਆ ਬਿਕਰਮ ਸਿੰਘ ਜਿਹੜੇ ਵਿਧਾਨ ਸਭਾ ਹਲਕਾ ਮਜੀਠਾ ਤੋਂ ਲਗਾਤਾਰ ਨੁਮਾਇੰਦਗੀ ਕਰਦੇ ਰਹੇ ਨੇ। ਲੇਕਿਨ ਇਸ ਵਾਰ ਵਿਧਾਨ ਸਭਾ 2022 ਦੇ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਈਸਟ ਤੋਂ ਉਤਾਰਿਆ ਗਿਆ, ਜਿੱਥੇ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਤੇ ਤੀਜੇ ਪਾਸੇ ਆਮ ਆਦਮੀ ਪਾਰਟੀ ਦੀ ਜਿਹੜੇ ਨੇ ਉਹ ਜਿਹੜੇ ਚੋਣ ਉਹ ਜਿੱਤ ਗਏ ਸੀ। ਜਿਸ ਕਰਕੇ ਬਿਕਰਮ ਸਿੰਘ ਮਜੀਠੀਆ ਹੁਣੀ ਮਜੀਠੇ ਹਲਕੇ ਤੋਂ ਆਪਣੀ ਉਹਨਾਂ ਦੀ ਪਤਨੀ ਜਿਹੜੀ ਆ ਗਨੀਮ ਕੌਰ ਮਜੀਠੀਆ ਚੋਣ ਜਿੱਤੇ ਸੀ। ਪਰ ਇਸ ਵਾਰ ਮੰਨਿਆ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਵੀ ਆਪਣੇ ਸਿਆਸੀ ਸਰਵਾਈਵਲ ਵਾਸਤੇ ਖਡੂਰ ਸਾਹਿਬ ਤੋਂ ਵੀ ਲੜ ਸਕਦੇ ਨੇ। ਸੰਗਰੂਰ ਤੋਂ ਮੰਨਿਆ ਜਾ ਰਿਹਾ ਕਿ ਸੰਗਰੂਰ ਸੀਟ ਅਕਾਲੀ ਦਲ ਕੋ ਕੋਈ ਉਮੀਦਵਾਰ ਨਹੀਂ ਰਿਹਾ, ਉੱਥੇ ਸੁਖਦੇਵ ਸਿੰਘ ਢੀਂਡਸਾ ਹੋਣੀ ਰਹੇ ਨੇ। ਉਹ ਨਾਤਾ ਟੁੱਟਿਆ ਹੋਇਆ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਕੇ ਰੱਖਿਆ। ਲੇਕਿਨ ਇਕਬਾਲ ਸਿੰਘ ਝੁੰਦਾ ਜਿਨ੍ਹਾਂ ਨੂੰ ਪਾਰਟੀ ਦਾ ਢਾਂਚਾ ਤਿਆਰ ਕਰਨ ਵਾਸਤੇ ਰਿਪੋਰਟ ਦਿੱਤੀ ਗਈ, ਪਾਰਟੀ ਦੇ ਵਿੱਚ ਕੀ ਕਮੀਆਂ ਪੇਸ਼ੀਆਂ ਨੇ, ਪਾਰਟੀ ਦਾ ਡਾਊਨਫਾਲ ਕੀ ਆ, ਉਹਨਾਂ ਨੇ ਰਿਪੋਰਟ ਸੌਂਪੀ ਸੀ। ਉਹ ਵੱਖਰੀ ਗੱਲ ਹੈ। ਇਕਬਾਲ ਸਿੰਘ ਝੁੰਦਾ ਉਹਨਾਂ ਦੀ ਰਿਪੋਰਟ ਨਹੀਂ ਸਵੀਕਾਰ ਹੋਈ, ਅੱਧੀ ਕੀ ਸਵੀਕਾਰ ਹੋਈ, ਅੱਧੀ ਕੀ ਰੱਖ ਲਈ ਗਈ। ਜਿੰਨੀ ਕੀ ਚਾਹੀਦੀ ਸੀ ਉਨੀ ਕੀ ਰੱਖ ਲਈ, ਜਿੰਨੀ ਕੀ ਨਹੀਂ ਚਾਹੀਦੀ ਸੀ ਉਹ ਵੈਸੇ ਹੀ ਲਿਫਾਫਿਆਂ 'ਚ ਪਈ ਰਹੀ ਹੋਊਗੀ। ਲੇਕਿਨ ਇਕਬਾਲ ਸਿੰਘ ਝੁੰਦਾ ਹੋਣੀ MLA ਵੀ ਰਹਿ ਚੁੱਕੇ ਨੇ ਤੇ ਇਸ ਕਰਕੇ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਾਈ ਜਾ ਸਕਦੀ। ਇਸ ਕਰਕੇ ਉਹਨਾਂ ਦਾ ਵੀ ਨਾਮ ਪਾ ਦਿੱਤਾ ਗਿਆ ਤਾਲਮੇਲ ਕਮੇਟੀ, ਤਾਲਮੇਲ ਇੰਚਾਰਜ ਜਾਂ ਪ੍ਰਚਾਰ ਕਮੇਟੀ ਦੇ ਵਿੱਚ। ਔਰ ਦੂਜਾ ਕਿਉਂਕਿ ਉੱਥੇ ਜਿਹੜੇ ਉਮੀਦਵਾਰ ਸੀ ਬਲਬੀਰ ਸਿੰਘ ਘੋਲਸ ਉਹ ਵੀ ਨਾਰਾਜ਼ ਨੇ, ਨਾਲ ਦੀ ਨਾਲ ਗੋਬਿੰਦ ਸਿੰਘ ਜਿਹੜੇ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੌਂਗੋਵਾਲ, ਉਹਨਾਂ ਨੇ ਵੀ ਕਿਸਮਤ ਅਜਮਾਈ ਸੀ। ਲੇਕਿਨ ਸ਼੍ਰੋਮਣੀ ਅਕਾਲੀ ਦਲ ਲੱਗਦਾ ਕਿ ਇਕਬਾਲ ਸਿੰਘ ਝੁੰਦਾ ਜ਼ਿਆਦਾ ਸੋਲਿਡ ਕੈਂਡੀਡੇਟ, ਇਸ ਕਰਕੇ ਫਿਲਹਾਲ ਉਹਨਾਂ ਨੂੰ ਇਸ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਠਿੰਡਾ ਦੇ ਵਿੱਚ ਅਸੀਂ ਜ਼ਿਕਰ ਕਰ ਚੁੱਕੇ ਕਿ ਹਰਸਿਮਰਤ ਕੌਰ ਬਾਦਲ ਹੋਣੀਆਂ ਲੜ ਰਹੇ ਨੇ, ਜਿਨ੍ਹਾਂ ਨੇ ਲਗਾਤਾਰ 3 ਵਾਰ ਲੋਕ ਸਭਾ ਜਿੱਤੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਾਣੀਂਦਰ ਸਿੰਘ ਨੂੰ ਹਰਾਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ ਔਰ ਫਿਰ 2019 ਦੇ ਵਿੱਚ ਉਹਨਾਂ ਨੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਹਰਾਇਆ ਸੀ। ਮਾਰਜਨ ਘਟਦਾ ਰਿਹਾ, ਕਿਸੇ ਵੇਲੇ ਮਾਰਜਨ 1.25 ਲੱਖ ਸੀ, ਫਿਰ 29,000 ਰਹਿ ਗਿਆ, ਫਿਰ ਹੁਣ 21,000 ਦੇ ਆਸ-ਪਾਸ ਰਹਿ ਗਿਆ। ਇਸ ਕਰਕੇ ਜਿਹੜੀ ਸੀਟ ਹੈ ਕਾਫੀ ਰਿਸਕੀ ਦੱਸੀ ਜਾ ਰਹੀ ਹੈ। ਲੇਕਿਨ ਫਿਲਹਾਲ ਹਰਸਿਮਰਤ ਕੌਰ ਬਾਦਲ ਹੁਣੀ ਹੀ ਬਠਿੰਡੇ ਤੋਂ ਉਮੀਦਵਾਰ ਬਣਾਏ ਜਾ ਸਕਦੇ, ਕਿਉਂਕਿ ਉਹਨਾਂ ਨੂੰ ਵੀ ਤਾਲਮੇਲ ਇੰਚਾਰਜ ਦੇ ਪ੍ਰਚਾਰ ਮੁਹਿੰਮ ਵਾਸਤੇ ਜ਼ਿੰਮੇਵਾਰੀ ਦਿੱਤੀ ਗਈ ਹੈ। ਦੂਜੀ ਜਿਹੜੀ ਸੀਟ ਹੈਗੀ ਉਹ ਹੈਗੀ ਆ ਲੁਧਿਆਣਾ ਤੋਂ ਅਕਾਲੀ ਦਲ ਹਜੇ ਦੁਚਿੱਤੀ ਦੇ ਵਿੱਚ ਆ, ਕਿਉਂਕਿ ਸਾਫ਼ ਤੌਰ ਤੇ ਜਿਹੜੇ ਮਨਪ੍ਰੀਤ ਸਿੰਘ ਯਾਲੀ ਜਿਹੜੇ ਲੜੇ ਸੀ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਹੈਗਾ, ਉਹ ਪਾਰਟੀ ਦੀ ਕੋਈ ਵੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋ ਰਹੇ, ਨਾਰਾਜ਼ ਦੱਸੇ ਜਾ ਰਹੇ, ਖਫਾ ਦੱਸੇ ਜਾ ਰਹੇ ਨੇ। ਤੇ ਇਸ ਕਰਕੇ ਉਹਨਾਂ ਨੇ ਲੱਗਦਾ ਕਿ ਸਾਫ਼ ਮਨਾ ਕਰ ਦਿੱਤਾ ਹੈਗਾ ਕਿ ਉਹ ਲੁਧਿਆਣੇ ਤੋਂ ਪਾਰਟੀ ਵਾਸਤੇ ਚੋਣ ਨਹੀਂ ਲੜਨਗੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਲੁਧਿਆਣਾ ਸੀਟ ਤੇ 2 ਉਮੀਦਵਾਰਾਂ ਨੂੰ ਤਾਲਮੇਲ ਇੰਚਾਰਜ ਬਣਾਇਆ। ਇੱਕ NK ਸ਼ਰਮਾ
ਡੇਰਾ ਬੱਸੀ ਤੋਂ ਆਮ ਕਾਂਗਰਸ ਪਾਰਟੀ ਦੇ NK ਸ਼ਰਮਾ ਅਕਾਲੀ ਦਲ ਦੇ MLA ਰਹਿ ਚੁੱਕੇ ਨੇ, CPS ਵੀ ਰਹਿ ਚੁੱਕੇ ਨੇ, ਬਿਜ਼ਨਸਮੈਨ ਵੀ ਆ। ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਕਾਫੀ ਖਾਸਮ ਖਾਸ ਆ ਇਸ ਵਾਰ, ਕਿਉਂਕਿ ਲੁਧਿਆਣਾ ਪੇਂਡੂ ਸੀਟ ਵੀ ਆ ਤੇ ਹਿੰਦੂ ਡੋਮੀਨੇਟ ਸੀਟ ਵੀ ਆ, ਵਪਾਰੀਆਂ ਦੀ ਵੀ ਸੀਟ ਹੈ, ਜਿਸ ਕਰਕੇ NK ਸ਼ਰਮਾ ਨੂੰ ਉੱਥੇ ਅਜਮਾਇਆ ਜਾ ਸਕਦਾ। NK ਸ਼ਰਮਾ ਨੂੰ ਤਾਲਮੇਲ ਇੰਚਾਰਜ ਤੇ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ ਉੱਥੇ ਦਿੱਤੀ ਗਈ। ਲੁਧਿਆਣੇ ਉਹ ਲੁਧਿਆਣਾ ਦੇਖਣਗੇ, ਵਪਾਰੀ ਤਬਕਾ ਰਹਿੰਦਾ ਹੈਗਾ ਔਰ ਹਿੰਦੂ ਸੀਟ ਵੀ ਆ, ਤੇ ਕੁੱਲ ਮਿਲਾ ਕੇ ਇਸ ਕਰਕੇ ਉੱਥੇ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਨਾਲ ਦੀ ਨਾਲ ਜਿਹੜੇ ਤੀਰਥ ਸਿੰਘ ਮਾਲਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਨੇ, ਉਹਨਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਆ। ਹੋ ਸਕਦਾ ਲੋੜ ਪੈਣ 'ਤੇ NK ਸ਼ਰਮਾ ਜਾਂ ਜਿਹੜੇ ਤੀਰਥ ਸਿੰਘ ਮਾਲਾ ਇਹਨਾਂ ਦੇ ਵਿਚਕਾਰ ਅਗਰ ਟਾਈ ਮੁਕਾਬਲਾ ਫਸ ਗਿਆ ਤੇ ਕਿਸੇ ਨੇ ਇੱਕ ਨੂੰ ਡਰੋਪ ਕੀਤਾ ਜਾ ਸਕਦਾ ਹੈਗਾ। ਤੇ ਹੋ ਸਕਦਾ ਕਿ ਇਸ ਮਸਲੇ ਦੇ ਵਿੱਚ ਜ਼ਿਆਦਾ ਜਿਹੜੇ ਚਾਂਸ ਨੇ ਉਹ NK ਸ਼ਰਮਾ ਦੇ ਹੋ ਸਕਦੇ ਨੇ। ਇਹ ਜਿਹੜੇ ਖਾਸ ਕਰਕੇ ਜਿਹੜੇ 8 ਅਸੀਂ ਦੱਸੇ ਨੇ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਸੰਭਾਵਿਤ ਉਮੀਦਵਾਰ ਲਗਭਗ ਤੈਅ ਕਰ ਦਿੱਤੇ ਨੇ। ਹੁਣ ਜਿਹੜੀਆਂ ਸੀਟਾਂ 'ਤੇ ਹਲੇ ਤੱਕ ਅਕਾਲੀ ਦਲ ਨੇ ਡਿਸਾਈਡ ਨਹੀਂ ਕੀਤਾ, ਗੁਰਦਾਸਪੁਰ ਆ। ਗੁਰਦਾਸਪੁਰ ਦੇ ਵਿੱਚ ਅਕਾਲੀ ਦਲ ਨੇ ਦੇਖਣਾ ਹੋਏਗਾ ਕਿ ਉੱਥੇ ਕੌਣ ਹੋ ਸਕਦਾ। ਰਵੀ ਕਾਲੋਂ ਹੋ ਸਕਦੇ ਨੇ ਜਾਂ ਗੁਰਬਚਨ ਸਿੰਘ ਬੱਬੇਹਾਲੀ ਹੋ ਸਕਦੇ ਨੇ ਜਾਂ ਕੋਈ ਹੋਰ ਹੋ ਸਕਦਾ। ਉਹ ਜਿਹੜੀ ਤਲਾਸ਼ ਕਰਨ ਵਾਸਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਹਿ ਚੁੱਕੇ ਗੁਲਜ਼ਾਰ ਸਿੰਘ ਰਣੀਕੇ, ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਵੇਗੀ ਕਿ ਉਹ ਜਾ ਕੇ ਉੱਥੇ ਦੇਖਣ ਕਿ ਕਿਹੜਾ ਜ਼ਿਆਦਾ ਬੰਦਾ ਉਮੀਦਵਾਰ ਲੋਕ ਸਭਾ ਵਾਸਤੇ ਫਿੱਟ ਹੋ ਸਕਦਾ। ਹੁਸ਼ਿਆਰਪੁਰ ਜਿਹੜੀ ਸੀਟ ਆ ਉਹ ਲਾਜ਼ਮੀ ਤੌਰ 'ਤੇ ਬਹੁਜਨ ਸਮਾਜ ਪਾਰਟੀ ਦੇ ਖਾਤੇ ਵਿੱਚ ਜਾ ਸਕਦੀ ਆ ਜੇ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਹੋ ਗਿਆ। ਇਸੇ ਕਰਕੇ ਉਹਨਾਂ ਨੇ ਹਲੇ ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਕੋਈ ਇੰਚਾਰਜ ਨਹੀਂ ਸੌਂਪਿਆ। ਫਤਿਹਗੜ੍ਹ ਸਾਹਿਬ ਵੀ ਕਿਉਂਕਿ ਰਿਜ਼ਰਵ ਸੀਟ ਆ, ਹੋ ਸਕਦਾ ਬਹੁਜਨ ਸਮਾਜ ਪਾਰਟੀ ਦੇ ਖਾਤੇ ਨੂੰ ਦਿੱਤੀ ਜਾਵੇ, ਇਸ ਕਰਕੇ ਉੱਥੇ ਵੀ ਉਹਨਾਂ ਨੇ ਕੋਈ ਇੰਚਾਰਜ ਨਹੀਂ ਸੌਂਪਿਆ। ਫਰੀਦਕੋਟ ਵਾਸਤੇ ਜਿਹੜਾ ਉਮੀਦਵਾਰ ਲੱਭਣ, ਕਿਉਂਕਿ ਫਰੀਦਕੋਟ ਵੀ ਰਿਜ਼ਰਵ ਸੀਟ ਆ, ਉੱਥੇ ਜਿਹੜਾ ਉਮੀਦਵਾਰ ਲੱਭਣ ਵਾਸਤੇ ਵੀ ਜਿਹੜੀ ਡਿਊਟੀ ਜਿਨ੍ਹਾਂ ਦੀ ਲਗਾਈ ਗਈ ਆ ਉਹ ਸਿਕੰਦਰ ਸਿੰਘ ਬਲੂਕਾ ਹੋਣਾ ਦੀ ਲਗਾਈ ਗਈ ਆ ਕਿ ਉੱਥੇ ਤਲਾਸ਼ ਕੀਤੀ ਜਾਵੇ ਕਿ ਆਖਿਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿਹੜਾ ਸਟਰੋਂਗ ਕੈਂਡੀਡੇਟ ਹੋ ਸਕਦਾ, ਕਿਹੜਾ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਉਮੀਦਵਾਰ ਹੋ ਸਕਦਾ ਜਿਹੜਾ ਅਕਾਲੀਆਂ ਦੇ ਵਾਸਤੇ ਲੜ ਸਕੇ ਔਰ ਕਾਂਗਰਸ ਨੂੰ ਟੱਕਰ ਦੇ ਸਕੇ, ਆਪ ਨੂੰ ਟੱਕਰ ਦੇ ਸਕੇ, BJP ਨੂੰ ਟੱਕਰ ਦੇ ਸਕੇ। ਪਟਿਆਲਾ ਦੇ ਵਿੱਚ ਵੀ ਹਲੇ ਅਕਾਲੀ ਦਲ ਨੇ ਕੋਈ ਆਪਣਾ ਪੱਤਾ ਨਹੀਂ ਖੋਲ੍ਹਿਆ, ਲੇਕਿਨ 8 ਜਿਹੜੀਆਂ ਸੀਟਾਂ ਨੇ 13 ਚੋਂ 13 ਲੋਕ ਸਭਾ ਸੀਟਾਂ ਦੀ ਗੱਲ ਕੀਤੀ, 8 ਜਿਹੜੀਆਂ ਅੰਮ੍ਰਿਤਸਰ, ਜਲੰਧਰ, ਸ਼੍ਰੀ ਅਨੰਦਪੁਰ ਸਾਹਿਬ, ਫਿਰੋਜ਼ਪੁਰ, ਸੰਗਰੂਰ, ਬਠਿੰਡਾ, ਲੁਧਿਆਣਾ ਤੇ ਖਡੂਰ ਸਾਹਿਬ, ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਸੰਭਾਵਿਤ ਉਮੀਦਵਾਰ ਡਿਕਲੇਅਰ ਕਰ ਹੀ ਦਿੱਤੇ ਨੇ। ਦੇਖਦੇ ਹਾਂ ਕਿ ਗੁਰਦਾਸਪੁਰ, ਪਟਿਆਲਾ ਤੇ ਫਰੀਦਕੋਟ ਇਹ ਕਦੋਂ ਇੱਥੇ ਐਲਾਨੇ ਜਾਂਦੇ ਨੇ, ਤੇ ਜੇ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਹੋ ਜਾਂਦਾ, ਇੱਥੇ ਗੱਠਜੋੜ ਬਰਕਰਾਰ ਆ ਤੇ ਲਾਜ਼ਮੀ ਤੌਰ 'ਤੇ ਬਹੁਜਨ ਸਮਾਜ ਪਾਰਟੀ ਵਾ ਤੇ ਹੁਸ਼ਿਆਰਪੁਰ ਫਤਿਹਗੜ੍ਹ ਸੀਟ ਵੀ ਛੱਡੀ ਜਾ ਸਕਦੀ। ਜੇ ਚਰਚਾ ਇਹ ਵੀ ਹੈ ਕਿ ਲੈਫਟ ਦੇ ਨਾਲ ਵੀ ਪੰਜਾਬ 'ਚ ਸਮਝੌਤੇ ਦੀਆਂ ਗੱਲਾਂ ਹੋ ਰਹੀਆਂ ਨੇ, ਸੁਖਬੀਰ ਸਿੰਘ ਬਾਦਲ ਦੀਆਂ CPI ਤੇ CPM ਨਾਲ ਮੀਟਿੰਗਾਂ ਹੋ ਚੁੱਕੀਆਂ ਨੇ, ਤੇ ਹੋ ਸਕਦਾ ਜੇ ਅਗਰ ਉਹਨਾਂ ਦੇ ਨਾਲ ਕੋਈ ਤਾਲਮੇਲ ਬੈਠ ਗਿਆ ਤੇ ਇੱਕ ਸੀਟ ਜਿਹੜੀ ਆ ਉਹ ਲੈਫਟ ਨੂੰ ਵੀ ਦਿੱਤੀ ਜਾ ਸਕਦੀ। ਉਹ ਸੀਟ ਕਿਹੜੀ ਹੋ ਸਕਦੀ ਹੈ, ਸੰਗਰੂਰ ਹੋ ਸਕਦੀ ਹੈ ਜਾਂ ਫਿਰ ਪਟਿਆਲਾ ਹੋ ਸਕਦੀ ਆ, ਇਹ ਹਾਲੇ ਤੈਅ ਹੋਣਾ। ਲੇਕਿਨ ਫਿਲਹਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਬਾਕੀ ਪਾਰਟੀਆਂ ਦੇ ਮੁਕਾਬਲੇ ਜਿਹੜੇ ਆਪਣੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਤੈਅ ਕਰ ਦਿੱਤਾ ਹੈਗਾ ਕਿ ਆਪਣਾ ਜਿਹੜਾ ਹਲਕਾ ਸੰਭਾਲੋ। ਫਿਲਹਾਲ ਤੇ ਉਹਨਾਂ ਨੂੰ ਆਰਜੀ ਤੌਰ 'ਤੇ ਤਾਲਮੇਲ ਇੰਚਾਰਜ ਅਤੇ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ ਦਿੱਤੀ ਗਈ, ਲੇਕਿਨ ਅਸਲੀਅਤ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹੋ ਹੀ ਜਿਹੜੇ 8 ਉਮੀਦਵਾਰ ਜਿਹੜਾ ਐਲਾਨ ਕਰ ਦਿੱਤੇ ਨੇ ਤਾਲਮੇਲ ਕਮੇਟੀ ਦੇ ਬਹਾਨੇ, ਉਹੀ ਪਾਰਟੀ ਦੇ ਉਮੀਦਵਾਰ ਹੋਣਗੇ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਪਰ ਦੇਖਦੇ ਰਹੋ ABC ਪੰਜਾਬ। ਧੰਨਵਾਦ।